ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਵਣਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ। ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਰਹਿਮਤ ਸਦਕਾ ਸੰਗਤਾਂ ਨੂੰ ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਨੇ ਬੜੀ ਹੀ ਕਿਰਪਾ ਕੀਤੀ ਹੈ, ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੀਵਨ ਕਥਾ ਸ਼ਰਾਵਣ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੀਵਨ ਕਥਾ ਬਾਰੇ ਵਿਚਾਰ ਹੋ ਰਹੀ ਹੈ ਕਈ ਰੋਜ਼ ਤੋਂ ਲੈ ਕਰ ਅੱਜ ਵਿਚਾਰ ਪਹੁੰਚੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੁਲਤਾਨਪੁਰ ਜਾਣਾ ਹੋਇਆ। ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਵਿਚਾਰ ਸੁਣਾਈ, ਕਿਉਂਕਿ ਭਾਈ ਬਾਲਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਹਿ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਰਤੱਬਾਂ ਨੂੰ, ਕੌਤਕਾਂ ਨੂੰ ਦੇਖਿਆ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਤੇ ਹੋਰ ਸੰਗਤਾਂ ਨੂੰ ਕਿਹਾ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕੋਈ ਜੀਵਨ ਕਥਾ ਸੁਣਾਵੇ। ਤਾਂ ਕਿਹਾ ਸੀ ਬਾਬਾ ਬੁੱਢਾ ਜੀ ਨੇ ਕਿ ਮਹਾਰਾਜ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਹੇ ਹਨ, ਉਸ ਨੂੰ ਸੱਦ ਕੇ ਇਹ ਵਿਚਾਰ ਲਿਖਵਾ ਲਓ। ਉਹ ਸਾਰੀ ਹੀ ਵਿਚਾਰ ਲਿਖਾ ਦੇਣਗੇ। ਇੱਥੇ ਵਿਚਾਰ ਚੱਲ ਰਹੀ ਹੈ ਸੁਲਤਾਨਪੁਰ ਜਾਣ ਦੀ। ਭਾਈ ਬਾਲਾ ਜੀ ਨੇ ਕਿਹਾ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ, ਗੁਰੂ ਜੀ ਕਿ ਇਹਨਾਂ ਦਿਨਾਂ ਵਿੱਚ ਹੀ ਬੀਬੀ ਨਾਨਕੀ ਜੀ ਦੀ ਸ਼ਾਦੀ ਸੁਲਤਾਨਪੁਰ ਲੋਧੀ ਦੇ ਵਸਨੀਕ ਜੈ ਰਾਮ ਜੀ ਨਾਲ ਰਾਏ ਬੁਲਾਰ ਦੀ ਮਰਜ਼ੀ ਅਨੁਸਾਰ ਬੜੀ ਸਾਜ ਧਾਜ ਨਾਲ ਕੀਤੀ ਗਈ ਸੀ। ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਲਿਖਵਾਉਣਾ ਕੀਤਾ ਕਿ ਜਿਨ੍ਹਾਂ ਦਿਨਾਂ ਦੇ ਵਿੱਚ ਹੀ ਬੀਬੀ ਨਾਨਕੀ ਜੀ ਦੀ ਸ਼ਾਦੀ ਸੁਲਤਾਨਪੁਰ ਲੋਧੀ ਦੇ ਵਸਨੀਕ ਜੈ ਰਾਮ ਜੀ ਨਾਲ
ਰਾਏ ਬੁਲਾਰ ਦੀ ਮਰਜ਼ੀ ਅਨੁਸਾਰ ਸਾਜ ਧਾਜ ਨਾਲ ਤੇ ਬੜੇ ਹੀ ਚਾਵਾਂ ਦੇ ਨਾਲ ਕੀਤੀ ਗਈ। ਜਦ ਕੁਝ ਦਿਨ ਬੀਬੀ ਨਾਨਕੀ ਜੀ ਨੂੰ ਸੁਲਤਾਨਪੁਰ ਗਿਆ ਹੋ ਗਏ ਤਾਂ ਮਹਿਤਾ ਕਾਲੂ ਜੀ ਨੇ ਸ੍ਰੀ ਨਾਨਕ ਜੀ ਨੂੰ ਆਖਿਆ ਕਿ ਬੇਟਾ ਸੁਲਤਾਨਪੁਰ ਜਾ ਕੇ ਬੀਬੀ ਜੀ ਨੂੰ ਲੈ ਆਓ। ਕਈ ਦਿਨ ਹੋ ਗਏ ਹਨ ਗਈ ਨੂੰ ਸਹੁਰੇ ਘਰ, ਤੁਸੀਂ ਜਾ ਕੇ ਲਿਆਓ। ਅੱਗੋਂ ਗੁਰੂ ਨਾਨਕ ਦੇਵ ਜੀ ਅੱਖਾਂ ਨੀਵੀਆਂ ਕਰਕੇ ਚੁੱਪ ਕਰੇ ਰਹੇ, ਕੋਈ ਉੱਤਰ ਨਾ ਦਿੱਤਾ ਬੀਬੀ ਨਾਨਕੀ ਜੀ ਨੂੰ ਲਿਆਉਣ ਦਾ। ਕਾਲੂ ਜੀ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਨੇ, ਇਹ ਸਮਝ ਕੇ ਕਿ ਇਹ ਸੁਲਤਾਨਪੁਰ ਜਾਣਾ ਨਹੀਂ ਚਾਹੁੰਦੇ, ਰਾਏ ਬੁਲਾਰ ਨੂੰ ਜਾ ਕੇ ਆਖਿਆ ਮਹਿਤਾ ਕਾਲੂ ਜੀ ਨੇ ਕਿ ਨਾਨਕ ਜੀ ਆਪਣੀ ਭੈਣ ਨੂੰ ਲੈਣ ਨਹੀਂ ਜਾਂਦੇ। ਫਿਰ ਤੁਸੀਂ ਆਖੋਗੇ ਕਿ ਇਹਨਾਂ ਨਾਲ ਗੁੱਸੇ ਨਾ ਹੋਇਆ ਕਰੋ। ਰਾਏ ਬੁਲਾਰ ਨੂੰ ਮਹਿਤਾ ਕਾਲੂ ਜੀ ਕਹਿਣ ਲੱਗੇ ਕਿ ਨਾਨਕ ਆਪਣੀ ਭੈਣ ਨੂੰ ਸਹੁਰੇ ਘਰੋਂ ਲੈਣ ਨਹੀਂ ਜਾਂਦੇ। ਫਿਰ ਆਖੋਗੇ ਇਹਨਾਂ ਨਾਲ ਗੁੱਸੇ ਨਾ ਹੋਇਆ ਕਰੋ, ਆਖੇ ਤੋਂ ਜਾ ਨਹੀਂ ਰਹੇ, ਤੁਸੀਂ ਆਪ ਸਿਆਣੇ ਹੋ। ਮਹਿਤਾ ਕਾਲੂ ਜੀ ਕਹਿਣ ਲੱਗੇ ਕਿ ਇਹ ਇਕੱਲਾ ਹੀ ਨਾਨਕੀ ਦਾ ਭਰਾ ਹੈ, ਜੇ ਇਹ ਨਾ ਲੈਣ ਜਾਵੇਗਾ ਤਾਂ ਹੋਰ ਕੌਣ ਲੈਣ ਜਾਵੇਗਾ। ਇਸ ਵਾਸਤੇ ਇਸ ਨੂੰ ਆਪਣੇ ਪਾਸ ਸੱਦ ਕੇ ਸਮਝਾਓ। ਰਾਏ ਬੁਲਾਰ ਨੂੰ ਮਹਿਤਾ ਕਾਲੂ ਜੀ ਨੇ ਆਖਿਆ ਕਿ ਨਾਨਕ ਸੁਲਤਾਨਪੁਰ ਤੋਂ ਆਪਣੀ ਭੈਣ ਨੂੰ ਲੈ ਆਵੇ ਨਾਨਕੀ ਜੀ ਨੂੰ। ਰਾਏ ਬੁਲਾਰ ਨੇ ਕਾਲੂ ਜੀ ਦੀ ਇਹ ਗੱਲ ਸੁਣ ਕੇ ਸ੍ਰੀ ਨਾਨਕ ਜੀ ਨੂੰ ਆਪਣਾ ਨੌਕਰ ਭੇਜ ਕੇ ਸੱਦਿਆ ਅਤੇ ਬੜੇ ਪਿਆਰ ਨਾਲ ਆਪਣੇ ਪਾਸ ਬਿਠਾ ਕੇ ਆਖਿਆ ਕਿ ਨਾਨਕ ਸੁਲਤਾਨਪੁਰ ਜਾ ਕੇ ਆਪਣੀ ਭੈਣ ਜੀ ਨੂੰ ਇੱਕ ਵਾਰ ਜ਼ਰੂਰ ਲੈ ਕੇ ਆਓ, ਜ਼ਰੂਰ ਲੈ ਕੇ ਆਓ। ਉਪਰੰਤ ਮੇਰਾ ਤਾਂ ਇੱਕ ਹੋਰ ਵਿਚਾਰ ਹੈ। ਰਾਏ ਬੁਲਾਰ ਕਹਿਣ ਲੱਗਿਆ ਕਿ ਮੇਰਾ ਇੱਕ ਹੋਰ ਵਿਚਾਰ ਹੈ, ਤੁਸੀਂ ਉੱਥੇ ਭੈਣ ਪਾਸ ਹੀ ਜਾ ਰਹਿਣਾ, ਜਿਸ ਨਾਲ ਇਹ ਮਹਿਤਾ ਕਾਲੂ ਜੀ ਨਾਲ ਜਿਹੜੀ ਤੁਹਾਡੀ ਖਿੰਚੋ ਤਾਣੀ ਆਪਣੇ ਆਪ ਹੀ ਮਿਟ ਜਾਏਗੀ। ਜੋ ਤੁਸੀਂ ਤੁਹਾਡੇ ਤੇ ਰਾਏ ਬੁਲਾਰ ਕਹਿਣ ਲੱਗਿਆ ਮਹਿਤਾ ਕਾਲੂ ਤੁਹਾਡਾ ਪਿਤਾ ਗੁੱਸੇ ਹੁੰਦਾ ਹੈ, ਉਹ ਤੁਹਾਡਾ ਗੁੱਸਾ ਘਟ ਜਾਏਗਾ। ਤੇ ਰਾਏ ਬੁਲਾਰ ਪਾਸੋਂ ਇਸ ਤਰ੍ਹਾਂ ਦੇ ਪਿਆਰ ਦੇ ਬਚਨ ਸੁਣ ਕੇ ਗੁਰੂ ਨਾਨਕ ਜੀ ਸੁਲਤਾਨਪੁਰ ਜਾਣ ਵਾਸਤੇ ਤਿਆਰ ਹੋ ਪਏ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਹੋਰ ਅੰਮ੍ਰਿਤ ਕਥਾ ਸੁਣੋ। ਗੁਰੂ ਜੀ ਨੇ ਮੈਨੂੰ ਵੀ ਆਪਣੇ ਨਾਲ ਜਾਣ ਵਾਸਤੇ ਸੁਨੇਹਾ ਭੇਜਤਾ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ ਗੁਰੂ ਜੀ ਅੱਗੇ ਹੋਰ ਅੰਮ੍ਰਿਤ ਕਥਾ ਸੁਣੋ। ਗੁਰੂ ਨਾਨਕ ਦੇਵ ਜੀ ਨੇ, ਬਾਲਾ ਕਹਿਣ ਲੱਗਿਆ ਮੈਨੂੰ ਆਪਣੇ ਨਾਲ ਬੀਬੀ ਨਾਨਕੀ ਦੇ ਕੋਲ ਜਾਣ ਵਾਸਤੇ ਸੁਨੇਹਾ ਭੇਜ ਦਿੱਤਾ ਕਿ ਆਪਾਂ ਨਾਨਕੀ ਕੋਲ ਜਾਣਾ ਹੈ। ਤਾਂ ਭਾਈ ਬਾਲਾ ਜੀ ਕਹਿਣ ਲੱਗਿਆ ਮੈਂ ਵੀ ਤਿਆਰ ਹੋ ਕੇ ਮਹਿਤਾ ਕਾਲੂ ਜੀ ਦੇ ਘਰ ਆ ਗਿਆ। ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਨੇ ਬੀਬੀ ਨਾਨਕੀ ਜੀ ਨੂੰ ਦੇਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਬੰਨ੍ਹ ਦਿੱਤੀਆਂ। ਤੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਮੈਂ ਤੇ ਗੁਰੂ ਨਾਨਕ ਦੇਵ ਜੀ ਦੋਵੇਂ ਜਾਣੇ ਚੀਜ਼ਾਂ ਲੈ ਕੇ ਤੁਰ ਪਏ, ਜਿਹੜਾ ਮਾਤਾ ਤ੍ਰਿਪਤਾ ਜੀ ਨੇ ਬੀਬੀ ਨਾਨਕੀ ਵਾਸਤੇ ਚੀਜ਼ਾਂ ਬੰਨ੍ਹੀਆਂ ਸਨ। ਜਦੋਂ ਚੀਜ਼ਾਂ ਲੈ ਕੇ ਤੁਰ ਪਏ ਤਦੋਂ ਪਤਝੜ ਦੀ ਰੁੱਤ ਸੀ, ਸੇ ਸਾਰੇ ਬ੍ਰਿਸ਼ ਪੱਤਿਆਂ ਤੋਂ ਬਿਨਾਂ ਨੰਗੇ ਹੀ ਖੜੇ ਸਨ, ਪੱਤੇ ਸਾਰੇ ਡਿੱਗੇ ਹੋਏ ਸਨ। ਕਹਿਣ ਲੱਗਿਆ ਹਾਂ ਅੰਬਾਂ ਨੂੰ ਬੂਰ ਲੱਗਿਆ ਹੋਇਆ ਸੀ। ਉਦੋਂ ਜਦੋਂ ਪਤਝੜ ਹੋਈ ਸੀ ਸਾਰੇ ਪੱਤੇ ਡਿੱਗੇ ਸਨ, ਉਦੋਂ ਅੰਬਾਂ ਨੂੰ ਬੂਰ ਲੱਗਿਆ ਹੋਇਆ ਸੀ, ਜਿਸ ਕਰਕੇ ਉਹਨਾਂ ਉੱਤੇ ਤੋਤੇ
ਚਿਰਚਿਰ ਤੇ ਕੋਲਾਂ ਕੂਕ ਕੂਕ ਕੇ ਬੋਲ ਰਹੀਆਂ ਸਨ। ਹੋਰ ਵੀ ਕਈ ਪ੍ਰਕਾਰ ਦੇ ਜਾਨਵਰ ਜੈਸਾ ਕਿ ਪਪੀਹੇ, ਕਾਂ ਅਤੇ ਮੋਰ ਆਦਿਕ ਬੋਲ ਰਹੇ ਸਨ। ਇਸ ਤਰ੍ਹਾਂ ਜਦ ਜੰਗਲ ਦਾ ਰਸਤਾ ਲੰਘ ਗਿਆ, ਭਾਈ ਬਾਲਾ ਜੀ ਕਹਿਣ ਲੱਗੇ, ਜਦੋਂ ਅਸੀਂ ਦੋਨੇ ਚੱਲ ਪਏ ਤੇ ਜੰਗਲ ਦਾ ਰਸਤਾ ਲੰਘ ਗਏ ਤਾਂ ਅੱਗੇ ਅਸਾਂ ਮੰਗਲ ਹੁੰਦਾ ਡਿੱਠਾ, ਕਿ ਅੱਗੇ ਅਸਾਂ ਮੰਗਲ ਹੁੰਦਾ ਦੇਖਿਆ, ਜਿੱਥੇ ਨਰ ਨਾਰੀ ਬਸੰਤ ਦੇ ਗੀਤ ਗਾਉਂਦੇ, ਨੱਚਦੇ ਟੱਪਦੇ ਤੇ ਤਾੜੀਆਂ ਵਜਾਉਂਦੇ ਹੋਏ ਇੱਕ ਦੂਜੇ ਉੱਤੇ ਰੰਗ ਦੀਆਂ ਪਿਚਕਾਰੀਆਂ ਚਲਾਉਂਦੇ ਸਨ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ, ਅਸੀਂ ਰੰਗ ਬਿਰੰਗੇ ਜੰਗਲ ਦੇ ਮੰਗਲ ਵੇਖਦੇ ਹੋਏ ਸੁਲਤਾਨਪੁਰ ਬੀਬੀ ਨਾਨਕੀ ਜੀ ਦੇ ਘਰ ਪਹੁੰਚ ਗਏ। ਨਾਨਕੀ ਜੀ ਦੇ ਘਰ ਪਹੁੰਚ ਗਏ। ਕਹਿਣ ਲੱਗੇ, ਇੱਕ ਦਿਨ ਸੁਲਤਾਨਪੁਰ ਠਹਿਰ ਕੇ ਜਦ ਅਸਾਂ ਤੁਰਨ ਵਾਸਤੇ ਆਗਿਆ ਮੰਗੀ ਬੀਬੀ ਨਾਨਕੀ ਜੀ ਤੋਂ, ਤਾਂ ਜੈ ਰਾਮ ਜੀ ਨੂੰ ਪਤਾ ਲੱਗਿਆ ਕਿ ਜਾਂਦੇ ਹਨ ਇਹ। ਤਾਂ ਜੈ ਰਾਮ ਜੀ ਨੇ ਆਖਿਆ ਕਿ ਤੁਸੀਂ ਮੇਰੇ ਪਾਸ ਹੀ ਕੁਝ ਦਿਨ ਹੋਰ ਠਹਿਰੋ, ਜਿਵੇਂ ਆਖੋਗੇ ਤਿਵੇਂ ਹੀ ਤੁਹਾਡੀ ਸੇਵਾ ਕਰਾਂਗੇ। ਜੈ ਰਾਮ ਭਾਈ ਬਾਲਾ ਜੀ ਨੂੰ ਤੇ ਸ੍ਰੀ ਨਾਨਕ ਜੀ ਨੂੰ ਕਹਿਣ ਲੱਗੇ, ਤੁਹਾਡੀ ਬੜੀ ਸੇਵਾ ਕਰਾਂਗੇ। ਤੁਸੀਂ ਸੰਤ ਰੂਪ ਹੋ, ਤੁਹਾਡਾ ਦਰਸ਼ਨ ਕਰਕੇ ਪਾਪ ਨਸ਼ਟ ਹੋ ਜਾਂਦੇ ਹਨ। ਪਰ ਜੈ ਰਾਮ ਦੇ ਪਿਤਾ ਪਰਮਾਨੰਦ ਨੇ ਜਦ ਇਹ ਗੱਲ ਸੁਣੀ ਤਾਂ ਉਸਨੇ ਆਖਿਆ ਕਿ ਹੁਣ ਇਹ ਭੈਣ ਨੂੰ ਲੈਣ ਆਏ ਹਨ, ਇਹਨਾਂ ਨੂੰ ਵਿਦਾ ਕਰ ਦਿਓ। ਇਹਨਾਂ ਦਾ ਵਾਪਸ ਜਾਣਾ ਹੀ ਬਣਦਾ ਹੈ, ਪਰ ਫੇਰ ਜਦ ਇੱਥੇ ਆਉਣਗੇ ਤਦੋਂ ਭਾਵੇਂ ਇੱਥੇ ਹੀ ਰੱਖ ਲੈਣਾ। ਜੈ ਰਾਮ ਜੀ ਦੇ ਪਿਤਾ ਨੇ ਆਖਿਆ ਕਿ ਜਦੋਂ ਇਹ ਦੁਬਾਰਾ ਆਉਣਗੇ, ਨਾਨਕ ਜੀ ਤੇ ਬਾਲਾ ਜੀ, ਦੁਬਾਰਾ ਆਇਆ ਨੂੰ ਭਾਵੇਂ ਇੱਥੇ ਹੀ ਰੱਖ ਲੈਣਾ। ਇਸ ਤਰ੍ਹਾਂ ਦੀ ਵਿਚਾਰ ਕਰਕੇ ਭਾਈ ਬਾਲਾ ਜੀ ਕਹਿਣ ਲੱਗੇ, ਸਾਨੂੰ ਤਿੰਨਾਂ ਨੂੰ, ਬਾਲਾ ਜੀ ਕਹਿਣ ਲੱਗੇ ਮੈਨੂੰ, ਸ੍ਰੀ ਨਾਨਕ ਨੂੰ ਤੇ ਬੀਬੀ ਨਾਨਕੀ ਜੀ ਨੂੰ ਪਰਮਾਨੰਦ ਜੀ ਨੇ ਵਿਦਾ ਕਰ ਦਿੱਤਾ। ਅਤੇ ਭਾਈ ਬਾਲਾ ਜੀ ਕਹਿਣ ਲੱਗੇ, ਅਸੀਂ ਤਲਵੰਡੀ ਆ ਗਏ। ਮਾਤਾ ਤ੍ਰਿਪਤਾ ਜੀ, ਮਹਿਤਾ ਕਾਲੂ ਜੀ, ਭਾਈ ਬਾਲਾ ਜੀ ਕਹਿਣ ਲੱਗੇ, ਸਾਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਅਤੇ ਬੀਬੀ ਨਾਨਕੀ ਜੀ ਨੂੰ ਬੜਾ ਪਿਆਰ ਤੇ ਲਾਡ ਕਰਕੇ ਸੁੱਖ ਸਾਂਦ ਪੁੱਛ ਕੇ ਸਾਡੀ ਖਾਣ ਪਾਣ ਲਈ ਬੜੀ ਖਾਤਰ ਕੀਤੀ, ਸਾਨੂੰ ਖਾਣ ਪੀਣ ਨੂੰ ਬੜਾ ਦਿੱਤਾ। ਗੁਰੂ ਨਾਨਕ ਦੇਵ ਜੀ ਪਹਿਲਾਂ ਵਾਂਗੂ ਹੀ ਉਦਾਸ ਆਪਣਾ ਸਮਾਂ ਬਤੀਤ ਕਰਨ ਲੱਗੇ। ਕੁਝ ਸਮੇਂ ਉਪਰੰਤ ਜੈ ਰਾਮ ਜੀ ਨਾਨਕੀ ਜੀ ਨੂੰ ਲੈਣ ਵਾਸਤੇ ਤਲਵੰਡੀ ਆ ਗਏ। ਜਦ ਰਾਏ ਬੁਲਾਰ ਨੂੰ ਪਤਾ ਲੱਗਿਆ ਕਿ ਜੈ ਰਾਮ ਨਾਨਕੀ ਜੀ ਨੂੰ ਲੈਣ ਆਇਆ ਹੈ, ਤਾਂ ਉਸਨੇ ਜੈ ਰਾਮ ਜੀ ਨੂੰ ਆਪਣੇ ਪਾਸ ਸੱਦ ਕੇ ਬੜੇ ਆਦਰ ਨਾਲ ਸੁੱਖ ਸਾਂਦ ਪੁੱਛ ਕੇ ਆਖਿਆ ਕਿ ਨਾਨਕ ਜੀ ਨੂੰ ਤੁਸੀਂ ਆਪਣੇ ਪਾਸ ਲੈ ਜਾਓ। ਪਰਮੇਸ਼ਰ ਦਾ ਰੂਪ ਹਨ, ਅਰ ਕਾਲੂ ਇਹਨਾਂ ਨਾਲ ਸਦਾ ਹੀ ਲੜਾਈ ਝਗੜਾ ਰੱਖਦਾ ਹੈ। ਉਸ ਨੂੰ ਇਹਨਾਂ ਦੀ ਮਹਿਮਾ ਦੀ ਪਰਖ ਨਹੀਂ। ਰਾਏ ਬੁਲਾਰ ਕਹਿਣ ਲੱਗਾ ਕਿ ਨਾਨਕ ਦੇ ਪਿਤਾ ਨੂੰ ਸ੍ਰੀ ਨਾਨਕ ਦੀ ਮਹਿਮਾ ਦੀ ਪਰਖ ਨਹੀਂ। ਰਾਏ ਬੁਲਾਰ ਕਹਿਣ ਲੱਗਿਆ, ਮੇਰਾ ਕਹਿਣਾ ਮੰਨ ਕੇ ਤੁਸੀਂ ਇਹਨਾਂ ਨੂੰ ਆਪਣੇ ਨਾਲ ਹੀ ਸੁਲਤਾਨਪੁਰ ਲੈ ਜਾਓ ਤੇ ਉੱਥੇ ਕੋਈ ਚੰਗਾ ਘਰ ਵੇਖ ਕੇ ਇਹਨਾਂ ਦਾ ਵਿਆਹ ਕਰ ਦੇਣਾ। ਜੈ ਰਾਮ ਨੇ ਰਾਏ ਬੁਲਾਰ ਦੀ ਇਹ ਗੱਲ ਸੁਣ ਕੇ ਬੜੇ ਖੁਸ਼ ਹੋ ਕੇ ਆਖਿਆ, ਰਾਏ ਜੀ, ਮੈਂ ਆਪਣੇ ਵੱਡੇ ਭਾਗ ਸਮਝਾਂਗਾ ਜੇ ਇਹਨਾਂ ਦੀ ਤੁਸੀਂ ਉਪਮਾ ਕਰ ਰਹੇ ਹੋ। ਮੇਰੇ ਘਰ ਚੱਲਣ ਅਤੇ ਮੈਨੂੰ ਕਿਰਤਾਰਥ ਕਰਨ, ਮੈਂ ਇਹਨਾਂ ਦੀ ਆਗਿਆ ਦਾ ਮਾਨ ਤਾਨ ਧਾਨ ਕਰਕੇ ਪਾਲਣ ਕਰਾਂਗਾ ਨਾਨਕ ਜੀ ਦਾ। ਇਸ ਪ੍ਰਕਾਰ ਦੇ ਵਚਨ ਬਿਲਾਸ ਕਰਕੇ ਜੈ ਰਾਮ ਜੀ ਰਾਏ ਬੁਲਾਰ ਨੂੰ ਨਮਸਕਾਰ ਕਰਕੇ ਘਰ ਆ ਗਿਆ। ਦੂਸਰੇ ਦਿਨ ਹੀ ਆਪਣੇ ਸੱਸ ਸਹੁਰੇ ਤੋਂ ਵਿਦਾ ਲੈ ਕੇ
ਜੈ ਰਾਮ ਜੀ ਸ੍ਰੀ ਨਾਨਕੀ ਜੀ ਨੂੰ ਨਾਲ ਲੈ ਕੇ ਸੁਲਤਾਨਪੁਰ ਨੂੰ ਚਲਿਆ ਗਿਆ। ਇਸ ਸਮੇਂ ਤਲਵੰਡੀ ਤੋਂ ਬਾਹਰ ਇੱਕ ਸਾਧੂ ਆਣ ਬੈਠੇ। ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪਿੰਡ ਸੀ, ਉੱਥੇ ਬਾਹਰ ਇੱਕ ਸਾਧੂ ਆਣ ਬੈਠੇ, ਜਿਸ ਪਾਸ ਇੱਕ ਦਿਨ ਸਤਿਗੁਰੂ ਨਾਨਕ ਦੇਵ ਜੀ ਵੀ ਕਰਤਾਰ ਕਰਤਾਰ ਕਰਕੇ ਜਾ ਬੈਠੇ ਸਾਧੂਆਂ ਦੇ ਕੋਲ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਧੂਆਂ ਦੀ ਸੰਗਤ ਕਰਦੇ ਸਨ ਕਿ ਜਾ ਕੇ ਕਰਤਾਰ ਕਰਤਾਰ ਕਰਕੇ ਸਾਧੂਆਂ ਦੇ ਕੋਲ ਬੈਠੇ। ਸਾਧੂਆਂ ਨੇ ਪੁੱਛਿਆ ਕਿ ਤੁਹਾਡਾ ਨਾਮ, ਜਾਤ, ਵਰਨ ਅਤੇ ਰੀਤ ਕੀ ਹੈ? ਤੁਸੀਂ ਸਾਡੇ ਕੋਲ ਕਰਤਾਰ ਕਰਤਾਰ ਕਰਕੇ ਬੈਠੇ ਹੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਸਾਡਾ ਨਾਮ ਨਾਨਕ ਹੈ, ਸਰੀਰ ਦਾ ਭੇਖ ਨਿਰੰਕਾਰੀ ਹੈ, ਜਾਤ ਖੱਤਰੀ ਹੈ ਅਤੇ ਗੋਤ ਬੇਦੀ ਹੈ। ਸਾਧੂਆਂ ਨੇ ਕਿਹਾ ਤੁਸੀਂ ਆਪਣੇ ਨਿਰੰਕਾਰੀ, ਸਾਧੂਆਂ ਨੇ ਕਿਹਾ ਤੁਸੀਂ ਆਪੇ ਨਿਰੰਕਾਰੀ ਹੋ ਗਏ ਹੋ। ਇਸ ਦਾ ਸਬੂਤ ਕੀ ਹੈ ਕਿ ਤੁਸੀਂ ਨਿਰੰਕਾਰੀ ਹੋ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਧੂਆਂ ਨੂੰ ਕਿਹਾ ਕਿ ਸੰਤ ਜੀ, ਤੁਸੀਂ ਤਾਂ ਆਪ ਸ਼ੁਭ ਮਤਵਾਲੇ ਸੰਤ ਰੂਪ ਹੋ, ਤੁਸੀਂ ਨਿਰੰਕਾਰ ਦਾ ਭੇਦ ਨਹੀਂ ਜਾਣਦੇ। ਇਹ ਵਚਨ ਕਰਕੇ ਗੁਰੂ ਜੀ ਨੇ ਆਪਣੇ ਹੱਥ ਤੋਂ ਸੋਨੇ ਦੀ ਮੁੰਦਰੀ ਉਤਾਰ ਕੇ ਅਤੇ ਇੱਕ ਆਪਣੀ ਗੜਬੀ ਸੰਤ ਦੇ ਭੇਟਾ ਕਰ ਦਿੱਤੀ। ਸੰਤ ਨੇ ਕਿਹਾ ਇਹ ਤੇਰੀ ਭੇਟਾ ਸਾਨੂੰ ਪਹੁੰਚ ਗਈ ਹੈ, ਇਹ ਲੈ ਕੇ ਆਪਣੇ ਘਰ ਚਲਿਆ ਜਾ, ਸਾਨੂੰ ਇਹਨਾਂ ਚੀਜ਼ਾਂ ਨਾਲ ਕੋਈ ਵਾਸਤਾ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੰਤ ਜੀ, ਇੱਕ ਵਾਰ ਤੁਹਾਨੂੰ ਭੇਟਾ ਕਰਕੇ ਫਿਰ ਮੈਂ ਵਾਪਸ ਲੈ ਲਵਾਂ, ਇਹ ਮੇਰਾ ਕਿਹੜਾ ਧਰਮ ਹੈ? ਤੇ ਸੰਤਾਂ ਨੇ ਪ੍ਰਸੰਨ ਹੋ ਕੇ ਕਿਹਾ ਕਿ ਇਉਂ ਜਾਪਦਾ ਹੈ ਕਿ ਤੁਸੀਂ ਕਰਤਾਰ ਰੂਪ ਹੋ ਕੇ ਆਪਣਾ ਆਪ ਗੁਪਤ ਰੱਖਿਆ ਹੋਇਆ ਹੈ। ਉਪਰੰਤ ਸੰਤ ਅੱਗੋਂ ਨੂੰ ਚਲਿਆ ਗਿਆ, ਸਾਧੂ ਅੱਗੇ ਨੂੰ ਚਲੇ ਗਏ ਤੇ ਗੁਰੂ ਆਪਣੇ ਘਰ ਨੂੰ ਆ ਗਏ। ਜਦ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ ਵੇਖਿਆ, ਗੁਰੂ ਨਾਨਕ ਦੇਵ ਜੀ ਨੂੰ, ਤਾਂ ਬੜੇ ਗੁੱਸੇ ਨਾਲ ਪੁੱਛਿਆ ਕਿ ਤੇਰੇ ਹੱਥ ਦੀ ਮੁੰਦਰੀ ਅਤੇ ਗੜਬੀ ਕਿੱਥੇ ਹੈ? ਸੱਚ ਦੱਸ, ਨਹੀਂ ਤਾਂ ਬੁਰੀ ਤਾਂ ਗਤ ਕਰਾਂਗਾ। ਤੂੰ ਤਾਂ, ਮਹਿਤਾ ਕਾਲੂ ਜੀ ਕਹਿਣ ਲੱਗੇ, ਤੂੰ ਤਾਂ ਮੇਰਾ ਘਰ ਉਜਾੜ ਦਿੱਤਾ ਹੈ। ਜੋ ਚੀਜ਼ ਦਿੰਦੇ ਹਾਂ ਉਹ ਵੀ ਸਾਧੂਆਂ ਨੂੰ ਫੜਾ ਆਉਂਦਾ ਹੈ। ਆਪਣੀ ਕਮਾਈ ਕਰਕੇ ਮੈਨੂੰ ਦੇਣ ਦੀ ਥਾਂ ਤੂੰ ਮੇਰੀਆਂ ਇਕੱਠੀਆਂ ਕੀਤੀਆਂ ਹੋਈਆਂ 4 ਕੌਡੀਆਂ ਵੀ ਰੋੜੀ ਜਾਂਦਾ ਹੈ। ਤੂੰ ਕੋਈ ਦੁੱਖਾਂ ਦੀ ਖਾਨ ਮੇਰੇ ਘਰ ਆ ਗਿਆ ਹੈ। ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗੇ। ਇਉਂ ਗੁੱਸੇ ਦਾ ਭਰਿਆ ਪੀਤਾ ਮਹਿਤਾ ਕਾਲੂ ਰਾਏ ਬਲਾਰ ਪਾਸ ਗਿਆ ਅਤੇ ਮੁੰਦਰੀ ਤੇ ਗੜਬੀ ਗਵਾ ਆਉਣ ਦੀ ਗੁਰੂ ਜੀ ਦੀ ਸਾਰੀ ਗੱਲ ਰਾਏ ਬਲਾਰ ਨੂੰ ਦੱਸੀ ਤੇ ਆਖਿਆ ਕਿ ਜੇ ਇਸ ਨੂੰ ਪੁੱਛਿਆ ਹੈ ਕਿ ਗੜਬੀ ਤੇ ਮੁੰਦਰੀ ਕਿੱਥੇ ਹੈ ਤਾਂ ਅੱਗੋਂ ਚੁੱਪ ਕਰ ਰਹਿੰਦਾ ਹੈ। ਇਸ ਦੀ ਫਕੀਰਾਂ ਨਾਲ ਕੀ ਗੱਲਬਾਤ ਹੈ, ਉਹਨਾਂ ਨੂੰ ਹੀ ਚੀਜ਼ਾਂ ਦੇ ਆਉਂਦਾ ਹੈ। ਫਿਰ ਜਦ ਪੁੱਛਣਾ ਕਰੀਏ ਤਾਂ ਦੱਸਦਾ ਨਹੀਂ, ਗੂੰਗਾ ਹੋ ਜਾਂਦਾ ਹੈ, ਬੋਲਾ ਹੋ ਜਾਂਦਾ ਹੈ। ਜਦ ਮਹਿਤਾ ਕਾਲੂ ਜੀ ਨੇ ਇਸ ਤਰ੍ਹਾਂ ਬਹੁਤ ਕਲਪਨਾ ਕੀਤੀ ਰਾਏ ਬਲਾਰ ਕੋਲੇ, ਤਾਂ ਰਾਏ ਬਲਾਰ ਨੇ ਕਿਹਾ, ਮਹਿਤਾ ਕਾਲੂ ਜੀ, ਇਹ ਰੋਜ਼ ਦੀ ਕਲਪਨਾ ਚੰਗੀ ਨਹੀਂ ਹੁੰਦੀ। ਮੇਰਾ ਕਿਹਾ ਮੰਨ ਕੇ ਨਾਨਕ ਜੀ ਨੂੰ ਜੈ ਰਾਮ ਪਾਸ ਸੁਲਤਾਨਪੁਰ ਭੇਜ ਦਿਓ। ਉਪਰੰਤ ਰਾਏ ਬਲਾਰ ਨੇ ਆਪਣਾ ਆਦਮੀ ਭੇਜ ਕੇ ਸਤਿਗੁਰੂ ਨਾਨਕ ਦੇਵ ਜੀ ਨੂੰ ਬੁਲਾ ਕੇ ਬੜੇ ਆਦਰ ਨਾਲ ਆਖਿਆ ਕਿ ਤੁਹਾਨੂੰ ਇੱਕ ਚਿੱਠੀ ਲਿਖ ਕੇ ਦਿੰਦਾ ਹਾਂ। ਬਹਾਨਾ ਬਣਾਇਆ ਕਿ ਇੱਕ ਤੁਹਾਨੂੰ ਚਿੱਠੀ ਲਿਖ ਕੇ ਦਿੰਦਾ ਹਾਂ, ਤੁਸੀਂ ਸੁਲਤਾਨਪੁਰ ਜੈ ਰਾਮ ਪਾਸ ਇਹ ਚਿੱਠੀ ਲੈ ਕੇ ਚੱਲੋ, ਉੱਥੇ ਤੁਸੀਂ ਸੁਖੀ ਰਹੋਗੇ। ਇੱਥੇ ਮਹਿਤਾ ਤੁਹਾਡੇ ਨਾਲ ਰੋਜ਼ ਝਗੜਾ ਪਾਈ ਰੱਖਦਾ ਹੈ,
ਇਹ ਗੱਲ ਆ ਕੇ ਰਾਏ ਬੁਲਾਰ ਨੇ ਜੈ ਰਾਮ ਜੀ ਨੂੰ ਰਾਏ ਬੁਲਾਰ ਜੀ ਨੂੰ ਚਿੱਠੀ ਲਿਖੀ ਕਿ ਮੈਂ ਸ੍ਰੀ ਨਾਨਕ ਜੀ ਨੂੰ ਤੁਹਾਡੇ ਪਾਸ ਭੇਜ ਰਿਹਾ ਹਾਂ। ਇਹ ਚਿੱਠੀ ਲੈ ਕੇ ਗੁਰੂ ਜੀ ਨੇ ਮੈਨੂੰ, ਭਾਈ ਬਾਲਾ ਜੀ ਕਹਿਣ ਲੱਗੇ, ਮੈਨੂੰ ਵੀ ਨਾਨਕ ਦੇ ਨਾਲ ਜਾਣ ਵਾਸਤੇ ਤਿਆਰ ਕਰ ਲਿਆ। ਜਦ ਅਸੀਂ ਦੋਵੇਂ ਤੁਰਨ ਲੱਗੇ ਤਾਂ ਮਾਤਾ ਤ੍ਰਿਪਤਾ ਜੀ ਨੇ ਗੁਰੂ ਜੀ ਨੂੰ ਛਾਤੀ ਨਾਲ ਲਾ ਕੇ ਪਿਆਰ ਕੀਤਾ ਤੇ ਅੱਖਾਂ ਭਰ ਕੇ ਰੋਣ ਲੱਗ ਪਈ। ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ ਅਤੇ ਨਮਸਕਾਰ ਕਰਕੇ ਫਿਰ ਪਿਤਾ ਜੀ ਨੂੰ ਹੱਥ ਜੋੜ ਕੇ ਵੰਦਨਾ ਕੀਤੀ। ਉਪਰੰਤ ਆਪਣੇ ਨਾਲ ਖੇਡਣ ਵਾਲੇ ਬਾਲਕਾਂ ਨੂੰ ਮਿਲ ਕੇ ਭਾਈ ਬਾਲਾ ਜੀ ਕਹਿਣ ਲੱਗੇ, ਮੈਨੂੰ ਨਾਲ ਲੈ ਕੇ ਆਪਣੇ ਰਸਤੇ ਚੱਲ ਪਏ। ਜਦ ਗੁਰੂ ਜੀ ਥੋੜਾ ਪੰਧ ਕਰਕੇ ਥੋੜਾ ਕਰਕੇ ਰਸਤਾ ਤੈਅ ਕਰਦੇ ਰਹੇ ਤੇ ਤਲਵੰਡੀ ਜਾ ਪਹੁੰਚੇ। ਜਾ ਕੇ ਜੈ ਰਾਮ ਜੀ ਦੇ ਘਰ ਪਹੁੰਚ ਗਏ ਤਾਂ ਬੀਬੀ ਨਾਨਕੀ ਜੀ ਆਪਣੇ ਵੀਰ ਨੂੰ, ਨਾਨਕ ਨੂੰ ਵੇਖ ਕੇ ਦੌੜ ਕੇ ਆਈ ਅਤੇ ਚਰਨਾਂ ਤੇ ਸੀਸ ਰੱਖ ਕੇ ਮੱਥਾ ਟੇਕਿਆ। ਸਤਿਗੁਰੂ ਜੀ ਨੇ ਕਿਹਾ, ਭੈਣ ਜੀ ਤੁਸਾਂ ਇਹ ਉਲਟਾ ਕੰਮ ਕਿਉਂ ਕੀਤਾ ਹੈ? ਤੁਸੀਂ ਮੇਰੇ ਵੱਡੇ ਭੈਣ ਜੀ ਹੋ, ਤੁਹਾਨੂੰ ਮੱਥਾ ਟੇਕਣਾ ਮੇਰਾ ਹੱਕ ਬਣਦਾ ਸੀ। ਬੀਬੀ ਨਾਨਕੀ ਨੇ ਆਖਿਆ, ਮੈਂ ਤੁਹਾਨੂੰ ਆਪਣਾ ਛੋਟਾ ਵੀਰ ਨਹੀਂ ਸਮਝਦੀ, ਮੈਂ ਤੁਹਾਨੂੰ ਪਰਮੇਸ਼ਰ ਕਰਕੇ ਵੇਖਦੀ ਹਾਂ। ਤੁਸੀਂ ਜਗਤ ਉਧਾਰ ਵਾਸਤੇ ਆਪਣੀ ਇੱਛਾ ਅਨੁਸਾਰ ਸਰੀਰ ਧਾਰਨ ਕੀਤਾ ਹੈ। ਮੈਨੂੰ ਇਹੀ ਬਖਸ਼ਿਸ਼ ਕਰੋ, ਮੈਂ ਤੁਹਾਨੂੰ ਸਦਾ ਇਸ ਤਰ੍ਹਾਂ ਵੇਖਦੀ ਰਹਾਂ। ਇਤਨੇ ਨੂੰ ਜੈ ਰਾਮ ਜੀ ਬਾਹਰੋਂ ਆ ਗਏ। ਸਤਿਗੁਰੂ ਜੀ ਨੇ, ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉੱਠ ਕੇ ਨਮਸਕਾਰ ਕੀਤੀ। ਜੈ ਰਾਮ ਜੀ ਨੇ ਕਿਹਾ, ਮੈਨੂੰ ਤੁਹਾਡੀ ਬੜੇ ਚਿਰ ਦੀ ਉਡੀਕ ਸੀ, ਤੁਸਾਂ ਅੱਜ ਆਣ ਕੇ ਮੈਨੂੰ ਕਿਰਤਾਰਥ ਕੀਤਾ ਹੈ। ਜੋ ਤੁਹਾਡੀ ਇੱਛਾ ਹੋਵੇ ਪਹਿਨੋ ਤੇ ਖਾਵੋ, ਇੱਛਾ ਨਾਲ ਬੈਠੋ ਤੇ ਉੱਠੋ, ਇਹ ਘਰ-ਬਾਰ ਸਭ ਤੁਹਾਡਾ ਹੈ। ਸਤ ਸੰਗਤ ਕਰੋ ਅਤੇ ਭਜਨ ਕਰੋ। ਜੈਸਾ ਕਿ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਚਾਹੋ ਪੋਸਿਓ ਜੈਸ ਤੈਸੀ ਹੰਢਾਵੋ, ਰੁਚੈ ਜੋ ਹਿਰਦੈ ਸੋ ਭਲੀ ਭਾਂਤ ਖਾਵੋ, ਰਹੋ ਬੈਠ ਆਪੰ ਨੇਕ ਕੀਤੰ ਤੁਮਾਰੋ, ਕਰੋ ਸਤ ਸੰਗ ਸੋ ਨਾਮ ਉਚਾਰੋ। ਕਹਿੰਦੇ ਇਹ ਘਰ-ਬਾਰ ਸਭ ਤੁਹਾਡਾ ਹੈ, ਸਤ ਸੰਗਤ ਕਰੋ ਅਤੇ ਭਜਨ ਕਰੋ, ਜਿਹੇ ਜਾ ਘਰ ਵਿੱਚ ਹੈ ਖਾਵੋ ਤੇ ਇੱਥੇ ਰਹਿਣਾ ਕਰੋ। ਭਾਈ ਬਾਲੇ ਨੇ ਅੱਗੋਂ ਦੱਸਿਆ ਕਿ ਸੱਚੇ ਪਾਤਸ਼ਾਹ ਸੁਲਤਾਨਪੁਰ ਭੈਣ ਨਾਨਕੀ ਜੀ ਪਾਸ ਗੁਰੂ ਨਾਨਕ ਜੀ ਕੁਝ ਸਮਾਂ ਬੜੇ ਆਨੰਦ ਨਾਲ ਵਿਹਲੇ ਹੀ ਵਿਚਰਦੇ ਰਹੇ। ਇੱਕ ਦਿਨ ਆਪ ਜੀ ਨੇ ਬੀਬੀ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਨੂੰ ਆਖਿਆ ਕਿ ਜਿਹੜਾ ਕੰਮ ਤੁਹਾਨੂੰ ਚੰਗਾ ਲੱਗੇ ਉਹ ਮੈਨੂੰ ਕਰਨ ਵਾਸਤੇ ਦੱਸ ਦਿਓ। ਜਿਸ ਦੇ ਵਿੱਚ ਕਿ ਜਿਹੜਾ ਕੰਮ ਤੁਹਾਨੂੰ ਚੰਗਾ ਲੱਗੇ ਉਹ ਮੈਨੂੰ ਕਰਨ ਵਾਸਤੇ ਦੱਸ ਦਿਓ, ਜਿਸ ਦੇ ਪਰਚੇ ਵਿੱਚ ਸਮਾਂ ਬੀਤ ਜਾਵੇ, ਜਿਹੜਾ ਕੰਮ ਕਰਦਿਆਂ ਸਮਾਂ ਬੀਤ ਜਾਵੇ। ਗੁਰੂ ਜੀ ਪਾਸੋਂ ਇਹ ਗੱਲ ਸੁਣ ਕੇ ਜੈ ਰਾਮ ਜੀ ਨੇ ਆਖਿਆ ਕਿ ਜੇਕਰ ਤੁਸੀਂ ਨਵਾਬ ਦੇ ਮੋਦੀ ਖਾਨੇ ਦਾ ਕੰਮ ਕਰ ਸਕੋ ਤਾਂ ਉਸ ਵਾਸਤੇ ਮੈਂ ਅੱਜ ਨਵਾਬ ਤੋਂ ਆਗਿਆ ਲੈ ਦਿੰਦਾ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ, ਭਾਈਆ ਜੀ ਸਭ ਕਾਰ ਨਿਰੰਕਾਰ ਆਪੇ ਹੀ ਨਿਭਾਵੇਗਾ, ਤੁਸੀਂ ਕੋਈ ਚਿੰਤਾ ਨਾ ਕਰੋ। ਇਹ ਗੱਲ ਸੁਣ ਕੇ ਜੈ ਰਾਮ ਜੀ ਗੁਰੂ ਨਾਨਕ ਦੇਵ ਜੀ ਨੂੰ ਨਵਾਬ ਦੌਲਤ ਖਾਂ ਪਾਸ ਲੈ ਗਏ ਅਤੇ ਮੋਦੀ ਖਾਨੇ ਦੀ ਕਾਰ ਦਾ ਕੰਮ ਸੌਂਪਣ ਵਾਸਤੇ ਆਖਿਆ। ਨਵਾਬ ਨੂੰ ਕਹਿਣ ਲੱਗੇ, ਇਹ ਨਾਨਕ ਮੋਦੀ ਖਾਨੇ ਦਾ ਕੰਮ ਕਰਨ ਦੇ ਯੋਗ ਹੈ ਕਿ ਇਸ ਨੂੰ ਮੋਦੀ ਖਾਨੇ ਦਾ ਕੰਮ ਦੇ ਦਿਓ।
ਨਵਾਬ ਨੇ ਆਪ ਜੀ ਦੇ ਚਿਹਨ ਚੱਕਰ ਵੇਖ ਕੇ ਬੜੀ ਪ੍ਰਸੰਨਤਾ ਨਾਲ ਪ੍ਰਵਾਨ ਕਰਕੇ ਆਪ ਜੀ ਨੂੰ 1000 ਰੁਪਇਆ ਮੋਦੀਖਾਨੇ ਵਾਸਤੇ ਅਤੇ 1 ਪੋਸ਼ਾਕ ਸਿਰਪੋ ਵਜੋਂ ਦੇ ਕੇ ਮੋਦੀਖਾਨੇ ਦਾ ਕੰਮ ਸੌਂਪ ਦਿੱਤਾ। ਦੂਸਰੇ ਦਿਨ ਗੁਰੂ ਜੀ ਨੇ ਉਸ 1000 ਰੁਪਏ ਦਾ ਸੌਦਾ ਖਰੀਦ ਕੇ ਮੋਦੀਖਾਨੇ ਦਾ ਕੰਮ ਆਰੰਭ ਕਰ ਦਿੱਤਾ। ਗੁਰੂ ਜੀ ਦੀ ਨੂਰਾਨੀ ਚਮਕ ਦਮਕ ਦਾ ਸਦਕਾ ਮੋਦੀਖਾਨਾ ਅੱਗੇ ਸਵੇਰ ਤੋਂ ਸ਼ਾਮ ਤੱਕ ਸੌਦਾ ਲੈਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ। ਜਦ ਇਸ ਤਰ੍ਹਾਂ ਦੁਕਾਨ ਦੀ ਵਟਤ ਚੰਗੀ ਹੁੰਦੀ ਰਹੀ ਤੇ ਕੁਝ ਸਮਾਂ ਬੀਤ ਗਿਆ ਤਾਂ ਇੱਕ ਦਿਨ ਬੀਬੀ ਨਾਨਕੀ ਜੀ ਨੇ ਭਾਈ ਜੈ ਰਾਮ ਜੀ ਨੂੰ ਆਖਿਆ ਕਿ ਹੁਣ ਇਹਨਾਂ ਦਾ ਕੰਮ ਚੱਲ ਪਿਆ ਹੈ, ਇਹਨਾਂ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਭਾਈਆ ਜੈ ਰਾਮ ਜੀ ਨੇ ਕਿਹਾ, ਇਸ ਕੰਮ ਵਾਸਤੇ ਕਾਹਲੀ ਨਹੀਂ ਕਰਨੀ, ਕੰਮਕਾਰ ਕਰਨ ਲੱਗ ਪਏ ਹਨ, ਵਿਆਹ ਕਿਸੇ ਚੰਗੇ ਘਰ ਹੋ ਜਾਏਗਾ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਇੱਕ ਦਿਨ ਮੈਂ ਗੁਰੂ ਨਾਨਕ ਦੇਵ ਜੀ ਨੂੰ ਆਖਿਆ, ਚੱਲੋ ਮਹਾਰਾਜ ਜੀ ਆਪਣੇ ਘਰ ਚੱਲ ਕੇ ਵਾਹੀ ਦਾ ਕੰਮ ਕਰ ਲਵਾਂਗੇ। ਇੱਥੇ ਰੋਜ਼ ਹੀ ਹਰ ਵੇਲੇ ਸਵੇਰ ਤੋਂ ਸ਼ਾਮ ਤੱਕ ਖੱਪ ਰਹਿੰਦੀ ਹੈ ਕਿ ਭੀੜ ਲੱਗੀ ਰਹਿੰਦੀ ਹੈ, ਇਸ ਖੱਪ ਵਿੱਚੋਂ ਅਸਾਂ ਕੀ ਲੈਣਾ ਹੈ। ਮੇਰੀ ਗੱਲ ਸੁਣ ਕੇ ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਨਾਨਕ ਦੇਵ ਜੀ ਨੇ ਆਖਿਆ, ਬਾਲਾ ਉਦਾਸ ਨਾ ਹੋ, ਕਰਤਾਰ ਦੇ ਰੰਗ ਦੇਖੀ ਚੱਲ, ਇਹੀ ਕੰਮ ਕਰਾਂਗੇ, ਕੁਝ ਦਿਨ ਹੋਰ ਗੁਜਰਾਨ ਕਰਾਂਗੇ ਇੱਥੇ। ਅਸਾਂ ਕਿਹੜਾ ਇਹੋ ਕੰਮ ਕਰਨਾ ਹੈ, ਅਸਾਂ ਜੋ ਕਰਨਾ ਹੈ ਉਹੀ ਕਰਨਾ ਹੈ, ਤੈਨੂੰ ਵੀ ਅਸਾਂ ਆਪਣੇ ਨਾਲ ਰੱਖਣਾ ਹੈ। ਗੁਰੂ ਜੀ ਨੇ ਇਹ ਬਚਨ ਸੁਣ ਕੇ 7 ਬਚਨ ਆਖ ਕੇ ਫਿਰ ਆਪਣੇ ਸੌਦੇ ਪੱਤੇ ਦੇ ਕੰਮ ਵਿੱਚ ਹੀ ਲੱਗ ਗਿਆ। ਜਿਉਂ-ਜਿਉਂ ਗੁਰੂ ਜੀ ਦੇ ਕਾਰ ਵਿਹਾਰ ਦੀ ਉਪਮਾ ਹੋਵੇ, ਤਿਉਂ-ਤਿਉਂ ਗਾਹਕਾਂ ਦੀ ਅਤੇ ਮੰਗਤਿਆਂ ਦੀ ਭੀੜ ਹੀ ਲੱਗਣ ਲੱਗ ਪਈ। ਗੁਰੂ ਜੀ ਸਭ ਨੂੰ ਸੌਦਾ ਤੋਲ ਕੇ ਦੇਈ ਜਾਵਣ। ਜੇ ਕੋਈ ਸੌਦੇ ਦੇ ਮੁੱਲ ਵਜੋਂ ਕੋਈ ਪੈਸਾ ਟਕਾ ਦੇ ਜਾਵੇ ਤਾਂ ਲੈ ਲੈਂਦੇ, ਨਹੀਂ ਤਾਂ ਕਿਸੇ ਪਾਸੋਂ ਮੰਗਦੇ ਕੁਝ ਨਾ। ਕਈ ਮੰਗਤਿਆਂ ਨੇ ਤਲਮੰਡੀ ਜਾ ਕੇ ਆਪ ਜੀ ਦੀ ਬੜੀ ਉਪਮਾ ਕੀਤੀ, ਜਿਸ ਨੂੰ ਸੁਣ ਕੇ ਰਾਏ ਬਲਾਰ ਬੜਾ ਪ੍ਰਸੰਨ ਹੋਇਆ। ਪਰ ਜਦ ਬਾਬਾ ਕਾਲੂ ਜੀ ਨੇ ਇਹ ਸੁਣਿਆ ਕਿ ਮੋਦੀਖਾਨੇ ਦਾ ਕੰਮ ਬਹੁਤ ਚੱਲਿਆ ਹੋਇਆ ਹੈ, ਤਾਂ ਵਿਚਾਰ ਕਰਕੇ ਨਾਨਕ ਕਿਤੇ ਇਤਨੀ ਕਮਾਈ ਬੇਅਰਥ ਹੀ ਨਾ ਗਵਾਈ ਜਾਵੇ, ਸੁਲਤਾਨਪੁਰ ਨੂੰ ਚਲੇ ਗਏ। ਗੁਰੂ ਦੀ ਸੰਗਤ ਰਹਿੰਦੀ ਵਿਚਾਰ ਕੱਲ ਨੂੰ ਹੋਏਗੀ, ਕੱਲ ਨੂੰ ਅਖੰਡ ਪਾਠ ਪ੍ਰਕਾਸ਼ ਹੋਣਗੇ। ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਰਹਿੰਦੀ ਵਿਚਾਰ ਕਰਨ ਦੀ ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਲੋਕ ਸ਼ਰਾਵਣ ਕਰੀਏ। ਭੋਗ ਪੈਣੇ ਹਨ, ਆਓ ਗੁਰੂ ਦੀ ਬਾਣੀ ਸੁਣੀਏ ਕਿ ਭੋਗ ਪੈਣੇ ਹਨ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਲੋਕ ਸ਼ਰਾਵਣ ਕਰੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।